अस्सलाम वालेकुम ਵਾਲੇਕੁਮ ਸਲਾਮ ਜੀ। भाईजान की ना है ਤੁਹਾਡਾ? ਸ਼ਾਹਿਦ ਨੂੰ ਸ਼ਾਹਿਦ ਮਹਿਮੂਦ ਸਾਹਿਬ ਕਿਹੜਾ ਪਿੰਡ ਹੈ? ਢੋਣੇ। ਢੋਣੇ। ਹਾਂਜੀ। ਸ਼ਾਹ ਸਾਹਿਬ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦੇ ਆ? 12 ਕੁ ਸਾਲ ਹੋ ਗਏ ਨੇ। 12 ਸਾਲ ਤੋਂ ਪਹਿਲੇ ਕੀ ਕਰਦੇ ਹੋ? ਪਹਿਲੇ ਆਏ ਮਿਹਨਤ ਮਜ਼ਦੂਰੀ ਕਰੀ ਦੀ। ਠੀਕ ਹੈ। ਹਾਂਜੀ। ਤੇ ਕੀ ਸੋਚਿਆ ਕਿ ਇਹ ਕੰਮ ਤੁਹਾਡੇ ਜ਼ਿਹਨ 'ਚ ਕਿਹੜੀ ਗੱਲ ਆਈ ਜਿਹੜਾ ਇਸ ਪਾਸੇ ਆ ਗਏ? ਛੋਟੇ ਭਾਈ ਦਾ ਮਾਂ ਘਰਾਦਾ ਸੀ ਇਹ ਕੰਮ ਕਰਨ ਦਾ, ਫੇ ਮਾਲ ਡੰਗਰਾ ਹੀ ਰੱਖੀਏ। ਠੀਕ ਹੈ। ਹਾਂਜੀ। ਇੱਕ ਮੱਝ ਹੁੰਦੀ ਸੀ ਸਾਡੇ ਕੋਲ ਪਹਿਲੇ, ਅੱਛਾ। ਉਹਦੇ ਤੇ ਮਾਂ ਕਿ ਹਾਂ ਇੱਕ ਹੋਰ ਲਈ ਮੱਝ, ਉਹ 18-20 ਕਿਲੋ ਦੁੱਧ ਕਰਦੀ ਸੀ। ਉਹਦੇ ਤੇ ਮਾਂ ਕਮਾਲ ਹਾਂ ਇੰਨਾ ਵਧਾਇਆ। ਮਾਸ਼ਾਅੱਲਾ। ਹਾਂਜੀ। ਯਾਨੀ ਕਿ ਤੁਹਾਡੇ ਕੋਲ ਇਸ ਟਾਈਮ ਕਿੰਨੇ ਡੰਗਰ ਨੇ? ਐਨ 35-40 ਡੰਗਰ। ਮਾਸ਼ਾਅੱਲਾ 35-40 ਡੰਗਰ ਤੁਸੀਂ ਦੋ ਡੰਗਰਾਂ ਤੋਂ ਬਣਾਏ ਨੇ। ਹਾਂਜੀ। ਯਾਨੀ ਤੁਸੀਂ ਉਹਨਾਂ ਨੌਜਵਾਨਾਂ ਨੂੰ, ਉਹਨਾਂ ਲੋਕਾਂ ਨੂੰ ਇਹ ਦੱਸ ਰਹੇ ਹੋ ਕਿ ਇਸ ਕੰਮ ਤੋਂ ਕੰਮ ਵਧਾਇਆ ਜਾ ਸਕਦਾ ਹੈ, ਡੰਗਰਾਂ ਤੋਂ ਡੰਗਰ ਵਧਾਏ ਜਾ ਸਕਦੇ। ਹਾਂਜੀ ਬਿਲਕੁਲ। ਠੀਕ ਹੋ ਗਿਆ। ਅੱਛਾ ਸ਼ਾਹਦ ਭਾਈ, ਸਾਨੂੰ ਡਿਟੇਲ ਦੱਸਣੀ ਜੇ। ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੀਆਂ ਲਹਿਰੀਆਂ ਮੱਝਾਂ ਨੇ ਔਰ ਕਿੰਨੀਆਂ ਖਾਂਗਣੀਆਂ ਮੱਝਾਂ ਨੇ? ਲਾਰੀਆਂ ਹੈ ਨੇ ਕੋਈ 8-9, ਕਾਂਗੜੀਆਂ ਹੈ ਨੇ ਕੋਈ 7 ਕੁ ਖਾਂਗਣੀਆਂ ਨੇ। ਹਾਂਜੀ। ਠੀਕ ਹੋ ਗਿਆ। ਕਿੰਨਾ ਦੁੱਧ ਮਾਸ਼ਾਅੱਲਾ ਤੁਹਾਡਾ ਡੇਲੀ ਦਾ ਹੋ ਜਾਂਦਾ? 5 ਮਣ। 5 ਮਣ। ਹਾਂਜੀ। ਜ਼ਬਰਦਸਤ। 5 ਮਣ ਦੁੱਧ ਜਿਹੜਾ ਵੀ ਕਿੱਥੇ ਸੇਲ ਕਰਦੇ ਹੋ? ਸਿਆਲਕੋਟ। ਆਪੀ ਜਾ ਕੇ ਸੇਲ ਕਰਦੇ ਹੋ? ਹਾਂਜੀ। ਕੀ ਬਾਤ ਹੈ, ਕੀ ਬਾਤ ਹੈ। ਇਹ ਗੱਲ ਦੱਸਿਓ ਕਿ ਆਪੀ ਸੇਲ ਕਰਨ 'ਚ ਫਾਇਦਾ ਹੈ ਜਾਂ ਫਿਰ ਦੁੱਧ ਨੂੰ ਦੇਣ 'ਚ ਫਾਇਦਾ ਹੈ? ਆਪ ਹੀ ਸੇਲ ਕਰਨ ਚ ਫਾਇਦਾ। ਠੀਕ ਹੋ ਗਿਆ। ਤੇ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋ ਕਿ ਡੰਗਰ ਵੀ ਸਾਂਭਦੇ ਹੋ, ਪੱਠੇ ਛੱਟੇ ਵੀ ਪਾਉਂਦੇ ਹੋ ਔਰ ਉੱਥੇ ਜਾ ਕੇ ਦੁੱਧ ਆਪੀ ਵੀ ਸੇਲ ਕਰਦੇ ਹੋ? ਕਿਸ ਤਰ੍ਹਾਂ ਤੁਹਾਡਾ ਸਾਰਾ ਤਰਤੀਬ ਲੱਗ ਜਾਂਦੀ ਹੈ? ਆਈ ਮੰਗ ਕੇ 2 ਭਾਈਆਂ, ਜੀ। ਇੱਕ ਬੰਦਾ ਰੱਖਿਆ ਨਾਲ। ਅੱਛਾ। ਛੋਟਾ ਭਾਈ ਜਿਹੜਾ ਉਹ ਦੁੱਧ ਲੈ ਕੇ ਜਾਂਦਾ ਹੈ ਤੇ 2 ਅਸੀਂ ਮਗਰ ਨੂੰ ਪੱਠੇ ਪਾਉਂਦੇ ਹਾਂ। ਠੀਕ ਹੋ ਗਿਆ। ਜ਼ਬਰਦਸਤ। ਉਹਨੇ ਦੱਸਿਓ ਕਿ ਮਾਸ਼ਾਅੱਲਾ ਤੁਹਾਡੇ ਇਹਨਾਂ ਸਾਰਿਆਂ ਡੰਗਰਾਂ ਤੋਂ ਜਿਹੜਾ ਦੁੱਧ ਦੇ ਤੁਹਾਨੂੰ ਦੱਸਿਆ ਕਿ 5 ਮਣ ਹੋ ਜਾਂਦਾ ਹੈ। ਕਿੰਨੇ ਕੁ ਤੁਹਾਨੂੰ ਇਨਕਮ ਡੇਲੀ ਬੇਸ ਤੇ ਹੋ ਜਾਂਦੀ ਹੈ? 15,000। ਮਾਸ਼ਾਅੱਲਾ 15,000 ਵਿੱਚੋਂ ਤੁਸੀਂ ਇਹਨਾਂ ਡੰਗਰਾਂ ਤੇ ਕਿੰਨਾ ਲਾ ਲੈਂਦੇ ਹੋ? 7,000 ਲੱਗ ਜਾਂਦਾ ਖਰਚਾ। ਯਾਨੀ ਕਿ ਫਿਰ ਤੇ ਇਹਦੀ ਅੱਧੋ ਅੱਧ ਰੇਸ਼ੋ ਹੋਈ। ਹਾਂਜੀ। ਠੀਕ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਸ ਕੰਮ 'ਚ ਆਉਣਾ ਚਾਹੁੰਦੇ ਨੇ ਕਿ ਉਹ ਵੀ ਅੱਧੋ ਅੱਧ ਰੇਸ਼ੋ ਲੈ ਸਕਦੇ ਨੇ ਜਾਂ ਨਹੀਂ? ਇਨਸ਼ਾਅੱਲਾ ਬਿਲਕੁਲ ਠੀਕ ਹੈ। ਮਸਲਾ ਹੈ ਕੰਮ ਸ਼ਾਮ ਸੈੱਟ ਹੈ। ਹਾਂ ਬਿਲਕੁਲ ਸਹੀ ਜਾ ਰਿਹਾ ਕੰਮ। ਠੀਕ ਹੈ। ਯਾਨੀ ਕੋਈ ਅਗਰ ਨਵਾਂ ਬੰਦਾ ਕਰਨਾ ਚਾਹੁੰਦਾ ਹੈ ਜਾਂ ਫਿਰ ਕੋਈ ਐਸਾ ਬੰਦਾ ਜਿਹੜਾ ਇਹਨੂੰ ਸ਼ੌਕ ਦੇ ਤੌਰ ਤੇ ਔਰ ਕਾਰੋਬਾਰ ਦੇ ਤੌਰ ਤੇ ਚਲਾਉਣਾ ਚਾਹੁੰਦਾ ਹੈ, ਉਹ 50% ਇਹਦੇ 'ਚੋਂ ਇਨਕਮ ਲੈ ਸਕਦਾ ਹੈ। ਬਿਲਕੁਲ ਇਨਸ਼ਾਅੱਲਾ। ਯਾਨੀ ਇੱਕ ਟਾਈਮ ਦਾ ਦੁੱਧ ਮੱਝਾਂ ਬਚਾਈ ਜਾਂਦੀਆਂ। ਹਾਂਜੀ ਇਨਸ਼ਾਅੱਲਾ। ਜ਼ਬਰਦਸਤ ਸ਼ਾਹਦ ਭਾਈ, ਤੁਹਾਂ ਬੜੀ ਜ਼ਬਰਦਸਤ ਗੱਲ ਦੱਸੀ ਹੈ। ਅੱਛਾ ਹੁਣ ਇਹ ਦੱਸਿਓ ਕਿ ਇੰਨੀਆਂ ਡੰਗਰਾਂ ਵਾਸਤੇ ਤੁਹਾਡੇ ਕੋਲ ਕਿੰਨੀ ਜਗ੍ਹਾ ਹੈ ਸਾਰੀ ਟੋਟਲ? ਹੈ ਸ਼ੈੱਡ ਲੱਗਦਾ ਤੁਸੀਂ ਨਵਾਂ ਬਣਾਇਆ? 16 ਮਰਲੇ। ਠੀਕ ਹੈ। ਅੱਛਾ ਇਹ ਜਿਹੜਾ ਸ਼ੈੱਡ ਨਜ਼ਰ ਆ ਰਿਹਾ ਸਾਨੂੰ, ਇਹ ਕਿੰਨੇ ਮਰਲਿਆਂ ਦੇ ਵਿੱਚ? 6-7 ਮਰਲਿਆਂ ਚ। 6-7 ਮਰਲਿਆਂ ਤੋਂ ਹੈ ਜਗ੍ਹਾ ਕੱਜੀ ਹੈ। ਠੀਕ ਹੈ। ਔਰ ਓਪਨ ਜਿਹੜੀ ਜਗ੍ਹਾ ਵੇ ਉਹ ਕਿੰਨੀ ਹੈ? ਉਹ ਵੀ ਹੈ 8 ਮਰਲੇ। ਠੀਕ ਹੋ ਗਿਆ। 8-9 ਮਰਲੇ 'ਚ ਤੁਸੀਂ ਸਾਰੇ ਡੰਗਰ ਮੈਨੇਜ ਕੀਤੇ ਨੇ। ਹਾਂਜੀ। ਅੱਛਾ ਇਹ ਦੱਸਿਓ ਕਿ ਸ਼ੈੱਡ ਜਿਹੜਾ ਵੇ ਤੁਹਾਡਾ, ਇਹ ਪੱਕਾ ਸ਼ੈੱਡ ਨਜ਼ਰ ਆ ਰਿਹਾ ਹੈ, ਲੈਂਟਰ ਨਜ਼ਰ ਆ ਰਹੀ ਹੈ ਸਾਨੂੰ। ਠੀਕ ਹੈ। ਤੇ ਇਸ ਮੂੰਹ ਵੀ ਇਹਦਾ ਸੂਰਜ ਵੱਲ ਹੈ। ਹਾਂਜੀ। ਤੇ ਕੀ ਕਹੋਗੇ ਕਿ ਇਹ ਗਰਮੀਆਂ 'ਚ ਸੂਟ ਰਹਿੰਦਾ ਇਹਨੂੰ ਕਿ ਨਹੀਂ ਰਹਿੰਦਾ ਡੰਗਰਾਂ ਨੂੰ? ਨਾ ਕਿ ਹੁੰਦੀ ਹੈ ਹੀਟ, ਉਹ ਅੱਗੇ ਤਰਪਾਲ ਪਾਲੀ ਦੀ ਹੈ। ਅੱਛਾ। ਪਿੱਛੇ ਬਾਰੀਆਂ ਸ਼ਾਰੀਆਂ ਖੁੱਲੀਆਂ ਨੇ, ਉਹ ਖੋਲ ਦੇਈਆਂ ਨੇ। ਠੀਕ ਹੈ। ਹਾਂਜੀ। ਤਾਂ ਕਿ ਹਵਾ ਕਰਾਸ ਹੋਏ। ਹਾਂਜੀ। ਤੇ ਪੰਖੇ ਸ਼ੰਕੇ ਵੀ ਸ਼ਾਇਦ ਤੁਸੀਂ ਲਾਏ ਨੇ? ਹਾਂਜੀ। ਹਾਂਜੀ ਇਹ ਨਜ਼ਰ ਆ ਰਹੇ ਨੇ ਪੰਖੇ ਵੀ ਤੁਸੀਂ ਲਗਾਏ ਨੇ। ਬਿਲਕੁਲ ਠੀਕ ਹੋ ਗਿਆ। ਔਰ ਇਹ ਉਹ ਨਜ਼ਰ ਆ ਰਹੀਆਂ ਨੇ ਬਾਰੀਆਂ ਜਿਹੜਾ ਤੁਸੀਂ ਉਹ ਕਹਿੰਦੇ ਹੋ ਕਿ ਅਸੀਂ ਖੋਲ ਛੱਡਨੇ ਆ ਹਾਂਜੀ। ਤੇ ਫਿਰ ਗਰਮ ਨਹੀਂ ਹੁੰਦਾ। ਹਾਂਜੀ। ਠੀਕ ਹੋ ਗਿਆ। ਖੁਰਲੀ ਤੁਹਾਡੀ ਸਾਨੂੰ ਬੜੀ ਜ਼ਬਰਦਸਤ ਲੱਗੀ ਹੈ, ਪਸੰਦ ਆਈ ਹੈ। ਇਹ ਖੁਰਲੀ ਦੇ ਵਿੱਚ ਖੁੱਡੇ ਤੁਸੀਂ ਲਾਏ ਨੇ ਵਿੱਚ, ਇਹ ਕਿਉਂ ਲਾਏ ਨੇ? ਇਹ ਕਿਉਂ ਤੁਸੀਂ ਦੋ ਵੰਡ ਕੀਤੀ ਇਹਨਾਂ ਦੀ? ਇਹ ਵੰਡਿਆ ਤੇ ਲੈਦਾ ਕੀਤਾ ਮਾਂ ਕੋ ਵੰਡਾ ਪਤਲਾ ਕਰਕੇ ਗਰਮੀਆਂ 'ਚ ਪਾਈਦਾ, ਤੇ ਉਹ ਆਪਣਾ ਵੰਡਾ ਖਾ ਸਕਦਾ ਮਾਲ। ਠੀਕ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਖੁਰਲੀਆਂ 'ਚ ਇੰਜ ਦੇ ਡੱਕੇ ਨਹੀਂ ਲੱਗੇ ਹੁੰਦੇ, ਤੇ ਤੁਸੀਂ ਮਤਲਬ ਜਾਨਵਰਾਂ ਨੂੰ ਸੈਪਰੇਟ ਕਰਨ ਵਾਸਤੇ ਇਹ ਕੰਮ ਕੀਤਾ। ਹਾਂਜੀ। ਤੇ ਇਹ ਕਾਮਯਾਬ ਤਜਰਬਾ ਰਿਹਾ? ਹਾਂਜੀ। ਜ਼ਬਰਦਸਤ। ਠੀਕ ਹੋ ਗਿਆ। ਅੱਛਾ ਇਹ ਦੱਸਿਓ ਕਿ ਵੰਡਾ ਜਿਹੜਾ ਤੁਸੀਂ ਕਿਹਾ ਕਿ ਅਸੀਂ ਗਰਮੀਆਂ 'ਚ ਸਰਦੀਆਂ ਦੇ ਵਿੱਚ ਪਾਉਂਦੇ ਆ, ਕਿੰਨਾ ਵੰਡਾ ਇੱਕ ਮੱਝ ਵਾਸਤੇ ਹੋਣਾ ਚਾਹੀਦਾ ਹੈ ਜਿਹੜੀ 10 ਕਿਲੋ ਦੁੱਧ ਦੇ ਛੱਡਦੀ ਹੈ? ਧੜੀ ਵੰਡਾ ਹੋਣਾ ਚਾਹੀਦਾ ਉਹਦੇ ਵਾਸਤੇ। ਕਾਫੀ ਹੈ? ਹਾਂਜੀ। ਇਹ ਤੁਸੀਂ ਮਿਨੀਮਮ ਦੱਸ ਦਿਓ ਪਏ ਜਾਂ ਮੈਕਸਿਮਮ, ਯਾਨੀ ਜ਼ਿਆਦਾ ਦੱਸ ਦਿਓ ਜਾਂ ਘੱਟ ਤੋਂ ਘੱਟ? ਨਹੀਂ ਨਾਰਮਲ ਦੱਸ ਦਿਓ। ਹਾਂਜੀ। ਔਰ ਅਗਰ ਬੜਾ ਵੰਡਾ ਪਾਈਏ ਤਾਂ ਕਿੰਨਾ ਕੁ ਹੋਣਾ ਚਾਹੀਦਾ? ਕਿਲੋ ਵਧਾ ਲੈ ਬੰਦਾ। ਠੀਕ ਹੈ। ਔਰ ਘੱਟ ਕਰਨਾ ਚਾਹੀਦਾ? 4 ਕਿਲੋ ਕਰ ਲਓ। ਠੀਕ ਹੈ। ਯਾਨੀ 4 ਘੱਟ ਤੋਂ ਘੱਟ, 6 ਜ਼ਿਆਦਾ ਤੋਂ ਜ਼ਿਆਦਾ, ਔਰ ਐਵਰੇਜ 5 ਹੈ। ਹਾਂਜੀ। ਠੀਕ ਹੈ। ਮੱਝ ਜਿਹੜੀ ਹੈ ਉਹਨੂੰ ਅਗਰ ਕੋਈ ਮਸਲਾ ਬਣ ਜਾਏ ਤੇ ਕਿੱਥੋਂ ਇਲਾਜ ਕਰਾਉਂਦੇ ਹੋ? ਹਾਂ ਕੋਈ ਬਾਈ ਬਾਦੀ ਹੋਈਏ ਤੇ ਉਹ ਲੂਣ ਮਿਰਚ ਦੇਈਦੇ ਆ, ਦਾਦੜ ਮਿਰਚ ਦੇ ਲਓ, ਹਰੀ ਮਿਰਚ ਦੇ ਲਓ, ਗੰਡੇ ਦੇ ਲਓ, ਕੋਈ ਜਵਾਨ ਜੂਨ ਦੇ ਲਓ। ਠੀਕ ਹੈ। ਜ਼ਿਆਦਾ ਮਸਲਾ ਹੋਏ ਤਾਂ ਉਹ ਡਾਕਟਰ ਨੂੰ ਸੱਦ ਲਈਦਾ। ਸਹੀ ਹੋ ਗਿਆ।
ਆਪਣੇ ਕੋਲ ਤੁਹਾਡੇ ਕੋਲ ਦੇਸੀ ਇਲਾਜ ਹੈ ਨੇ ਕਿ ਨਹੀਂ? ਯਾਨੀ ਅਗਰ ਚੰਦਰੀ ਹੋਈਏ, ਫਾਰਾ ਹੋਈਏ ਜਾਂ ਹੋਰ ਕੋਈ ਮਸਲਾ ਬਣ ਜਾਏ, ਮੂੰਹ ਕਰ ਹੋਈਏ, ਉਹ ਲਾਲ ਮਾਰਚੀ ਦਈਦੀ ਹੈ। ਸਹੀ ਹੈ। ਉਹ ਕਿੰਨੀ ਦੇਰ ਬਾਅਦ ਦਿੰਦੇ ਰਹਿੰਦੇ ਹੋ ਆਪਣੇ ਜਾਨਵਰਾਂ ਨੂੰ? ਉਹ 5-6 ਦਿਨਾਂ ਬਾਅਦ ਦਈਦੀ ਹੈ। ਠੀਕ ਹੈ, ਉਹਦਾ ਨੁਕਸਾਨ ਕੋ ਹੁੰਦਾ ਜੀ। ਸਹੀ ਹੈ, ਹਾਂਜੀ ਠੀਕ ਹੋ ਗਿਆ। ਅੱਛਾ, 2 ਭਾਈ ਤੁਸੀਂ ਆਪੀ ਹੋ, ਇੱਕ ਬੰਦਾ ਨਾਲ ਤੁਹਾਡੇ ਜਿਹੜਾ ਨਾ ਉਹ ਕੰਮ ਕਰਦਾ ਪਿਆ, ਨੌਕਰ ਦਾ ਕਿੰਨਾ ਖਰਚਾ ਆ ਜਾਂਦਾ ਤੁਹਾਨੂੰ? ਉਹਦੀ 18,000 ਤਨਖਾਹ। 18,000 ਜਿਹੜੀ ਹੈ ਤਨਖਾਹ ਹੈ। ਠੀਕ ਹੋ ਗਿਆ। ਉਹ ਜਿਹੜਾ ਤੁਸੀਂ ਖਰਚਾ ਦੱਸਿਆ, ਉਹਦੇ ਖਰਚ ਦੇ ਵਿੱਚ ਉਹਦੀ ਤਨਖਾਹ ਵੀ ਸ਼ਾਮਲ ਹੈ? ਹਾਂਜੀ। ਠੀਕ ਹੋ ਗਿਆ। ਬਰੀਡਰ ਤੁਸੀਂ ਕਿਹੜੀ ਨਸਲ ਦਾ ਰੱਖਿਆ ਹੈ? ਕੀ ਮਤਲਬ? ਜਿਹੜਾ ਤੁਸੀਂ ਉਹ ਵਿਹੜਾ ਰੱਖਿਆ ਹੈ ਝੋਟਾ, ਉਹ ਮਾਂ ਕੇ ਕਿਹੜੀ ਨਸਲ ਨੀਲੀ ਦਾ ਕਰਾਸ ਹੈ। ਨੀਲੀ ਦਾ ਕਰਾਸ ਹੈ। ਠੀਕ ਹੋ ਗਿਆ। ਪਿਓਰ ਨੀਲੀ ਨਹੀਂ ਹੋ? ਨਹੀਂ, ਪਿਓਰ ਨੀਲੀ। ਤੁਹਾਡੇ ਕੋਲ ਜਾਨਵਰ ਜ਼ਿਆਦਾ ਕਿਹੜੀ ਨਸਲ ਦੇ ਨੇ? ਸਾਹੀਵਾਲ ਆਰਫ ਵਾਲੇ ਦਿਨ ਮੱਝਾਂ। ਠੀਕ ਹੈ, ਸਾਹੀਵਾਲ, ਆਰਫ ਵਾਲਾ, ਬਾਹਰ ਦੇ ਤੁਹਾਡੇ ਡੰਗਰ ਸਾਰੇ ਲੱਗ ਰਹੇ ਨੇ। ਹਾਂਜੀ। ਅੱਛਾ ਵੀ ਤੁਸੀਂ ਗਾਂ ਜਿਹੜੀ ਹੈ ਜਰਸੀ ਦੀ ਹੈ। ਠੀਕ ਹੈ। ਗਾਵਾਂ ਵੱਲ ਮੈਂ ਆਉਣਾ ਚਾਹੁੰਦਾ ਪਿਆ। ਗਾਵਾਂ ਵੀ ਤੁਸੀਂ ਰੱਖੀਆਂ ਨੇ, ਤੁਹਾਡੀ ਨਜ਼ਰ ਦੇ ਵਿੱਚ ਬਿਹਤਰ ਕੀ ਹੈ, ਗਾਵਾਂ ਜਾਂ ਮੱਝਾਂ? ਮੱਝਾਂ। ਗਾਵਾਂ ਕਿਉਂ ਨਹੀਂ? ਗਾਵਾਂ ਬਸ ਨਹੀਂ, ਹਿਸਾਬ ਕਿਤਾਬ ਨਹੀਂ ਕੋਈ ਐਡਾ। ਅੱਛਾ, ਹਾਂਜੀ। ਯਾਨੀ ਕਿ ਉਹਨਾਂ ਦਾ ਦੁੱਧ ਨਹੀਂ ਵਿਕਦਾ? ਹਾਂਜੀ। ਲੇਕਿਨ ਫਾਇਦਾ ਕਿਹਦੇ 'ਚ ਜ਼ਿਆਦਾ ਰਹਿੰਦਾ ਹੈ? ਮੱਝਾਂ 'ਚ ਹੀ ਫਾਇਦਾ। ਮੱਝਾਂ 'ਚ ਹੀ ਫਾਇਦਾ? ਹਾਂਜੀ। ਠੀਕ ਹੈ। ਲੇਕਿਨ ਇਹ ਜਲਦੀ ਬਣ ਵੀ ਤਾਂ ਜਾਂਦੀਆਂ ਨੇ, ਨਾਲੇ ਇਹਨਾਂ ਦੇ ਬੱਚੇ ਬੁੱਛੇ ਵੀ ਅੱਗੋਂ ਲੱਭ ਜਾਂਦੇ ਨੇ। ਬੱਚੇ ਬੁੱਚੇ ਤਾਂ ਲੱਭ ਜਾਂਦੇ ਨੇ, ਕੋਈ ਫਾਇਦਾ ਨਹੀਂ ਐਡਾ ਕੋਈ ਵੀ। ਅੱਛਾ, ਯਾਨੀ ਤੁਸੀਂ ਨੌਜਵਾਨਾਂ ਨੂੰ, ਨਵਿਆਂ ਨੂੰ ਦੁੱਧ ਖੜਨਾ ਹੁੰਦਾ, ਦੁੱਧ 'ਚ ਨਹੀਂ ਕੋਈ ਵੀ ਫਾਇਦਾ ਐਡਾ। ਅੱਛਾ, ਤੁਸੀਂ ਇਹਦਾ ਗੋਸ਼ਤ ਦਾ ਕਾਰੋਬਾਰ ਘੱਟ ਕਰਦੇ ਹੋ? ਹਾਂਜੀ, ਕੋਈ ਸ਼ਰਦਾ ਨਹੀਂ ਕਰੀ। ਇਹਦਾ ਦੁੱਧ ਦਾ ਹੀ? ਹਾਂਜੀ। ਇੱਕ ਬੰਦਾ, ਨਵਾਂ ਬੰਦਾ ਅਗਰ ਇਸ ਕੰਮ 'ਚ ਆਉਣਾ ਚਾਹੁੰਦਾ ਹੈ, ਕੀ ਮਸ਼ਵਰਾ ਨੂੰ ਦਵੋਗੇ ਕਿ ਕਿੰਨੇ ਡੰਗਰਾਂ ਤੋਂ ਕਾਰੋਬਾਰ ਸ਼ੁਰੂ ਕਰੇ, ਔਰ ਕਿਹੜੇ ਡੰਗਰ ਲਏ, ਕਿਹੜੀ ਨਸਲ ਦੇ ਲਏ, ਔਰ ਦੁੱਧ ਦਾ ਕਾਰੋਬਾਰ ਕਰੇ ਜਾਂ ਫਿਰ ਖੰਗਣੀਆਂ ਮੱਝਾਂ ਰੱਖ ਕੇ ਉਹਨਾਂ ਨੂੰ ਪਾਲੇ, ਜਾਂ ਫਿਰ ਗੋਸ਼ਤ ਦਾ ਕਾਰੋਬਾਰ ਕਰੇ? ਕੀ ਕਹਿਣਾ ਚਾਹੋਗੇ ਨਵੇਂ ਬੰਦੇ ਨੂੰ? ਜੇ ਮਾਂ ਕੇ ਕੱਟ ਵਾਚ ਰੱਖਣਾ, ਉਹਨੇ ਚਾਹੁੰਦਾ ਮਾਂ ਕੇ ਗੋਸ਼ਤ ਦਾ ਕਰਨਾ ਤੇ ਫਿਰ ਕੱਟ ਵਾਚ ਰੱਖ ਲੈ। ਤੇ ਜੇ ਦੁੱਧ ਦਾ ਕਰਨਾ ਚਾਹੁੰਦਾ ਤੇ ਫਿਰ ਮੱਝਾਂ ਘੱਟ ਤੋਂ ਘੱਟ 10 ਮੱਝਾਂ ਹੋਣੀਆਂ ਚਾਹੀਦੀਆਂ ਨੇ। ਅੱਛਾ। ਹਾਂਜੀ। 1-2 ਮੱਝ ਤੋਂ ਨਹੀਂ ਗੁਜ਼ਾਰਾ ਚੱਲਦਾ। ਠੀਕ ਹੈ, ਯਾਨੀ 1-2 ਮੱਝ ਤਾਂ ਤੁਹਾਡਾ ਕਹਿਣਾ ਕਿ ਨਹੀਂ ਕੰਮ ਚੱਲੇਗਾ? ਨਹੀਂ। 10 ਮੱਝਾਂ ਕਿਹੜੀਆਂ ਰੱਖੇ ਲੈ ਰਹੀਆਂ? 1-2 ਮੱਝ ਰੱਖਣੀ ਹੈ ਤੇ ਹੋਰ ਵੀ ਕੋਈ ਕਾਰੋਬਾਰ ਨਾਲ ਹੋਏ ਤਾਂ ਫਿਰ ਮਾਂ ਕੰਮ ਚੱਲ ਸਕਦਾ। ਅੱਛਾ, ਇੱਥੋਂ ਹੀ ਗੱਲ ਕਲੀਅਰ ਕਰ ਲੈਂਦੇ ਆ ਕਿ ਇਸ ਕੰਮ ਦੇ ਨਾਲ ਕੋਈ ਹੋਰ ਵੀ ਕਾਰੋਬਾਰ ਕੀਤਾ ਜਾ ਸਕਦਾ? ਅਗਰ ਤੁਸੀਂ ਡੰਗਰ ਰੱਖਦੇ ਨਾਲ ਕੋਈ ਹੋਰ ਵੀ ਕੰਮ ਸ਼ਮ ਕਰ ਸਕਦੇ ਹੋ? ਜ਼ਿਮੀਂਦਾਰਾ ਕਰ ਸਕਦੇ ਹਾਂ। ਜ਼ਿਮੀਂਦਾਰਾ ਕਰ ਸਕਦੇ ਆ। ਜਿਸ ਤਰ੍ਹਾਂ ਤੁਸੀਂ ਵੀ ਦੁੱਧ ਸ਼ੁੱਧ ਵੇਚ ਰਹੇ ਹੋ, ਇਹ ਕੰਮ ਕੀਤਾ ਜਾ ਸਕਦਾ, ਯਾਨੀ ਕਿ ਫੁਰਸਤ ਨਹੀਂ ਮਿਲ ਸਕਦੀ ਹੈ। ਹਾਂਜੀ। ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸਿਓ ਕਿ ਐਨੇ ਡੰਗਰਾਂ ਵਾਸਤੇ ਪੱਠੇ ਕਿੰਨੇ ਕੁ ਲੈ ਕੇ ਆਉਂਦੇ ਹੋ ਤੁਸੀਂ? 2 ਰੇੜੇ ਲਿਆਈ ਦੇਣਾ। ਉਹ ਕਾਫੀ ਹੁੰਦੇ ਨੇ? ਕਾਫੀ ਹੁੰਦਾ ਨੇ। ਮੱਝ ਜਦੋਂ ਸੁੱਕਣ ਲੱਗ ਪਈ, ਯਾਨੀ ਕਮਜ਼ੋਰ ਹੋਣ ਲੱਗ ਪਈ, ਉਹਦੀ ਕੀ ਕੀ ਵਜੂਹਾਤ ਹੋ ਸਕਦੀਆਂ ਨੇ? ਕਮਜ਼ੋਰ ਜਦੋਂ ਹੁੰਦੀ ਉਦੋਂ ਮਾਂ ਕੇ ਕਿਰਮਾ ਸ਼ਿਰਮਾ ਦਾ ਹੁੰਦਾ ਕੋਈ ਮਸਲਾ ਉਹਨੂੰ, ਜਾਂ ਮਾਂ ਕੇ ਬੁਖਾਰ ਬਹੂਰ ਉਹਦੇ ਅੰਦਰ ਹੋਏ, ਮੇਦੇ ਦਾ ਕੋਈ ਮਸਲਾ ਹੋਏ ਉਹਨੂੰ, ਇਸ ਵਜ੍ਹਾ ਤੋਂ ਕਮਜ਼ੋਰ ਹੁੰਦੀ ਹੈ। ਠੀਕ ਹੈ। ਹਾਂਜੀ। ਤੇ ਉਹਦਾ ਫਿਰ ਕੀ ਹੋਣਾ ਚਾਹੀਦਾ, ਉਹਨੂੰ ਤੰਦਰੁਸਤ ਕਰਨ ਵਾਸਤੇ, ਸਿਹਤਮੰਦ ਕਰਨ ਵਾਸਤੇ? ਉਹਨੂੰ ਕਿਰਮਾ ਦੀ ਦਵਾਈ ਦੇਵੋ। ਜੇ ਨਹੀਂ ਉਹਨੂੰ ਮਾਂ ਕੇ ਰਮਾਨ ਹੁੰਦਾ, ਕਿਸੇ ਡਾਕਟਰ ਨਾਲ ਮਸ਼ਵਰਾ ਕਰੋ ਚੰਗੇ ਜੇ ਨਾਲ, ਉਹਦਾ ਇਲਾਜ ਕਰੇ। ਤੁਹਾਡੇ ਕੁਝ ਜਾਨਵਰ ਵਿੱਚ ਕਮਜ਼ੋਰ ਨੇ, ਉਹਦੀ ਕੀ ਵਜ੍ਹਾ? ਉਹਨਾਂ ਜੇਰ ਨਹੀਂ ਸੁੱਟੀ। ਅੱਛਾ। ਹਾਂਜੀ, ਜੇਰ ਵਜ੍ਹਾ ਤੂੰ ਉਹ ਮਾਂ ਕੇ ਕਮਜ਼ੋਰ ਨੇ। ਮਹੀਨੇ ਬਾਅਦ, 1.5 ਮਹੀਨੇ ਬਾਅਦ ਜੋਰ ਸੁੱਟੀ ਉਹਨਾਂ, ਉਹ ਵਜ੍ਹਾ ਤੋਂ ਕਮਜ਼ੋਰ ਨੇ। ਠੀਕ ਹੈ। ਹਾਂਜੀ। ਤੇ ਤੁਹਾਡਾ ਤਰੰਡੀ ਦਾ ਮਾਲ ਹੈ, ਹਾਂਜੀ, ਉਹਦੀ ਉਹ ਵੀ ਵਜ੍ਹਾ ਹੈ ਵੇ? ਹਾਂਜੀ, ਉਹ ਵੀ ਵਜ੍ਹਾ ਹੁੰਦੀ ਹੈ। ਮਾਂ ਕੇ ਜ਼ਿਆਦਾ ਮਾਲ ਹੋਏ ਤੇ ਮਾਂ ਕਿਸੇ ਵੇਲੇ ਪੱਠੇ ਨਹੀਂ ਆਉਂਦੇ, ਤੇ ਮਾਂ ਕੇ ਡੰਗਰ ਭੁੱਖਾ ਰਹਿ ਜਾਂਦਾ। ਠੀਕ ਹੈ। ਔਰ ਡੰਗਰ ਜਦੋਂ ਭੁੱਖਾ ਰਹੀ, ਉਹਨੂੰ ਕਸਰ ਲੱਗ ਜਾਏ ਤਾਂ ਉਹਦੇ ਫਿਰ ਕਿਸ ਤਰ੍ਹਾਂ ਸਹੀ ਕੀਤਾ ਜਾ ਸਕਦਾ? ਉਹਨੂੰ ਮਾਂ ਕੇ ਪੱਠਾ ਜ਼ਿਆਦਾ ਮਿਲੇ, ਪਾਣੀ ਛਾਣੀ ਦਾ ਉਹਦਾ ਧਿਆਨ ਰੱਖੋ, ਤੇ ਆਟੋਮੈਟਿਕ ਠੀਕ ਹੋ ਜਾਂਦਾ, ਆਪਣੀ ਜਗ੍ਹਾ ਤੇ ਆ ਜਾਂਦਾ ਫਿਰ। ਠੀਕ ਹੋ ਗਿਆ। ਅੱਛਾ, ਠੀਕ ਹੈ। ਪੱਠੇ ਜਿਹੜੇ ਨਾ ਮੱਝ ਨੂੰ, ਯਾਨੀ ਕਿ ਉਹਦੇ ਵਧਾਓ ਤੇ ਉਹ ਫਿਰ ਠੀਕ ਹੋ ਸਕਦੀ ਹੈ। ਜਿਹੜੀ ਮੱਝ ਨੂੰ ਇੱਕ ਵਾਰੀ ਘੱਸਾ ਲੱਗ ਜਾਂਦਾ, ਯਾਨੀ ਕਮਜ਼ੋਰ ਹੋ ਜਾਂਦੀ ਹੈ, ਦੁੱਧ ਵੀ ਘਟਾਈ ਜਾਂਦੀ ਹੈ, ਉਹ ਵਾਪਸ ਆਪਣੇ ਦੁੱਧ ਆਪਣੇ ਲੈ ਚ ਆ ਸਕਦੀ ਹੈ? ਹਾਂਜੀ, ਇਨਸ਼ਾਅੱਲਾ। ਠੀਕ ਹੈ। ਵੰਡਾ ਤੁਸੀਂ ਕਿਹੜਾ ਇਸਤੇਮਾਲ ਕਰ ਰਹੇ ਹੋ? ਸਿਆਲ ਚ ਤਾਂ ਕੇਬੀ ਵੰਡਾ ਪਾਈਦਾ ਜੇ, ਤੇ ਰੋਟੀਆਂ ਛੋਟੀਆਂ ਪਾਲੀ ਦੀਆਂ ਨੇ, ਤੇ ਗਰਮੀਆਂ ਦੇ ਵਿੱਚ ਰੋਟੀਆਂ ਪਾਈ ਦੀਆਂ ਨੇ, ਕੌੜੀ ਖਲ ਪਾਈ ਦੀ ਹੈ, ਵੜਿਆਵੇਂ ਦੀ ਖਲ ਪਾਈ ਦੀ ਹੈ। ਸਹੀ ਹੈ। ਹਾਂਜੀ। ਰੋਟੀਆਂ ਜਿਹੜੀਆਂ ਨੇ ਉਹ ਸੁਣਿਆ ਕਿ ਚੰਦਰੀ ਕਰ ਜਾਂਦੀਆਂ ਨੇ? ਨਹੀਂ, ਲੂਣ ਮਿਰਚ ਆਏ ਤਾਂ ਫਿਰ ਕੋਈ ਚੰਦਰੀ ਛੰਦਰੀ ਨਹੀਂ ਹੁੰਦੀ। ਹਾਂਜੀ। ਰੋਟੀਆਂ ਦੇ ਵਿੱਚ ਲੋਹਾ ਵੀ ਆਈ ਜਾਂਦਾ, ਸੂਈਆਂ ਵੀ ਆਈ ਜਾਂਦੀਆਂ ਨੇ, ਉੱਲੀ ਵੀ ਆਈ ਜਾਂਦੀ ਹੈ, ਤੁਸੀਂ ਕਿਸ ਤਰ੍ਹਾਂ ਕੰਮ ਚਲਾਉਂਦੇ ਹੋ? ਉਹ ਜੋ ਲਿਆਈ ਦੇ ਟੁਕੜੇ ਬਾਹਰ ਰੱਖ ਕੇ ਕਿਸੇ ਕੱਪੜੇ ਤੇ ਪਾ ਕੇ ਉਹਨਾਂ ਨੂੰ ਵਿੱਚੋਂ ਸਾਫ਼ ਕਰੋ, ਲਿਆਈਆਂ ਰੋਟੀਆਂ ਲੈਦਾ ਕਰੋ, ਵਿੱਚ ਲੋਹਾ ਸ਼ੋਹਾ ਜਿਹੜਾ ਉਹ ਸਾਫ਼ ਸਭ ਕੁਝ ਲੈਦਾ ਕਰੋ, ਸਾਫ਼ ਕਰਕੇ ਰੋਟੀਆਂ ਡਰਮੀ 'ਚ ਸੁੱਟੋ। ਸਹੀ ਹੈ। ਉਹਨਾਂ ਨੂੰ ਭੇਵੋ ਪਾਓ। ਠੀਕ ਹੋ ਗਿਆ। ਵੰਡਾ ਜਿਹੜਾ ਵੇ, ਤੁਸੀਂ ਕਿਹੜੇ ਵੰਡੇ ਨੂੰ ਸਭ ਤੋਂ ਬੈਸਟ ਵੰਡਾ ਕਹਿੰਦੇ ਹੋ ਡੰਗਰਾਂ ਵਾਸਤੇ?
ਕੇਬੀ ਵੰਡਾ ਕੇਬੀ ਵੰਡਾ, ਉਹਦਾ ਰਿਜ਼ਲਟ ਅੱਛਾ ਹੈ, ਹਾਂਜੀ ਉਹਦੇ ਨਾਲ ਦੁੱਧ ਵੀ ਵੱਧਦਾ ਹੈ। ਹਾਂਜੀ ਇਨਸ਼ਾਅੱਲਾ। ਠੀਕ ਹੋ ਗਿਆ। ਅੱਛਾ ਸ਼ਾਹਦ ਭਾਈ, ਤੁਸੀਂ ਬੜੀ ਮੁਫੀਦ ਗੱਲਬਾਤ ਸਾਨੂੰ ਸੁਣਾਈ ਹੈ ਔਰ ਇਹ ਵੀ ਸਾਨੂੰ ਦੱਸਿਆ ਕਿ ਕਾਰੋਬਾਰ ਕਿਸ ਤਰ੍ਹਾਂ ਕਰਨਾ ਚਾਹੀਦਾ ਔਰ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਔਰ ਸ਼ਹਿਰ ਦੁੱਧ ਵੇਚ ਕੇ ਤੁਸੀਂ ਬੜਾ ਅੱਛਾ ਜ਼ਬਰਦਸਤ ਕਾਰੋਬਾਰ ਚਲਾ ਰਹੇ ਹੋ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਸੀਂ ਦੱਸਣਾ ਚਾਹੋ ਕਿ ਯਾਰ ਅਗਰ ਇਹ ਕੰਮ ਕਰਨਾ ਹੈ ਤੇ ਉਹਦੇ ਵਾਸਤੇ ਇਹ ਚੀਜ਼ਾਂ ਜ਼ਰੂਰੀ ਨੇ, ਆਪਣੇ ਤੌਰ ਤੇ ਮਸ਼ਵਰੇ ਦੇ ਤੌਰ ਤੇ ਸਦਕਾ ਜਾਰੀ ਹੈ, ਕੋਈ ਐਸੀ ਗੱਲ ਸਾਨੂੰ ਸੁਣਾਓ ਜਿਹੜੀ ਸਾਡੇ ਨਾਜ਼ਰੀਨ ਨੂੰ ਫਾਇਦਾ ਦੇ। ਐਸੀ ਗੱਲ ਨਹੀਂ, ਕੋਈ ਕਾਰੋਬਾਰ ਮਾਂ ਕਰਨਾ ਚਾਹੁੰਦਾ ਮਾਲ ਡੰਗਰ ਦਾ ਤੇ ਮਾਂ ਕੋ ਬੈਸਟ ਹੈ, ਬਿਲਕੁਲ ਸਹੀ ਹੈ। ਹਾਂਜੀ ਉਹ ਕਰੇ ਸ਼ੁਰੂ, ਇਨਸ਼ਾਅੱਲਾ ਫਾਇਦਾ ਹੋਏਗਾ ਇਹਦੇ ਚ। ਕਿੰਨੇ % ਚਾਂਸਸ ਨੇ ਇਸ ਕਾਰੋਬਾਰ 'ਚ ਕਾਮਯਾਬ ਹੋਣ ਦੇ? ਅੱਧੋ ਅੱਧ। ਅੱਧੋ ਨਹੀਂ, ਹਾਂਜੀ ਕਾਮਯਾਬ ਹੋਣ ਦੇ ਕਿੰਨੇ ਚਾਂਸਸ ਨੇ? ਫਾਇਦਾ ਤੇ ਅੱਧੋ ਅੱਧ ਹੈ, ਲੇਕਿਨ ਕਾਮਯਾਬੀ ਕਿੰਨੇ ਫੀਸਦ ਹੈ? 90%, 100%, 50%? 100% ਹੀ ਮਾਂ ਯਾਨੀ ਜਿਹੜਾ ਬੰਦਾ ਕਾਰੋਬਾਰ ਕਰੇਗਾ ਉਹ 100% ਕਾਮਯਾਬ ਹੋ ਸਕਦਾ ਹੈ। ਇਨਸ਼ਾਅੱਲਾ। ਬਹੁਤ ਸ਼ੁਕਰੀਆ ਜੀ ਸ਼ਾਹਦ ਭਾਈ, ਤੁਸੀਂ ਬੜੀ ਮੁਫੀਦ ਗੱਲਬਾਤ ਸਾਨੂੰ ਸੁਣਾਈ ਹੈ ਜੀ। ਅਸਲਾਮ ਵਾਲੇਕੁਮ।